सात संगत जी निरंतर से आप लोग फतेह करते हैं। वाहिगुरू जी का खालसा, वाहिगुरू जी की फतेह। आपने दर्शन करके बेहद खुशियां हुई हैं, क्यों करके इस नाते में पहला आपने कोई आकाश नहीं किया है। तो ये पहली बारी है कि अपनी पार्टी की कॉन्फ्रेंस इस इलाके जथेदार करतार सिंह जी के बाकी के जथेदारों मिल के अज करवा रहे हैं। जथेदार करतार सिंह ने पहली बारी है कि 3 कैंडीडेट पठानकोट जिले ने खड़े करते, जबकि कोई भी पंथक पार्टी इन 3 हल्कों के उत्ते अपना कैंडीडेट दर्जा खड़ा नहीं करती। कई पार्टियां कांग्रेस नाल समझौता कर लेती हैं, कई बीजेपी RSS नाल कर लेती हैं, और ये इलेक्शन इस तरह किए जाते हैं। और सरदार करतार सिंह ने जो ये भैड़ी रस्म कही हुई सी उसको तोड़ के अपनी पार्टी के 3 कैंडीडेट खुद पठानकोट तो ये लड़े हैं। जो असी इलेक्शन लड़ते हैं लोगों को पता लगता है कि सिख कौम की की मंग है। महाराज सच्चे पातशाह कहते हैं शस्त्रों के अधीन है राज। असी ਉਹਦੇ बारे कोई रौला घटोला नहीं पा सकते, क्योंकि ये साडे गुरु साहब का हुक्म है। पर ये अमल पसंद तरीके के वोटा पा के असी राज भाग हासिल करके फिर असी आजाद भी हो सकते हैं, जिवें बंदा सिंह बहादुर के वेले ते महाराजा रणजीत सिंह के वेले। और जो आप आजाद होते हैं ये मानव की ये हुक्म की शस्त्रों के अधीन है राज, ये सारे साडे कोले आ जाते हैं। और मैं कितने सालों तो सेवा कर रहे हैं, पर सेक्टर मैनो बंदूक का लाइसेंस ही नहीं दे। अमित शाह जी हैं और भल्ला साहब सेक्रेटरी बैठे हैं। जबकि तुझे पता है पटियाले के जो हम रौले पए है, जो सिंगला सी जो मोदी सी रौलियां का उस सेंटर के वजीर अमित शाह के सेंटर के होम सकत्तर ने 10 बंदियों की सुरक्षा सेंटर के सिपाहियों ने दी हुई है। हम तुम दसो कि जे सानू सिखा लाइसेंस बंदूक का इस मुल्क के नसीब नहीं है कि महाराज का हुक्म है शस्त्रों के अधीन है राज, तो फिर एक काम किवें पूरा होगा? क्योंकि दिन ब दिन जी हिंदुत्व की सरकार है ये कमजोर हो जाती है। महंगाई इतनी हो गई है कि पहाड़ से चढ़ गई है, गरीब आदमी का गुजारा नहीं हो रहा। और दूसरे बने ये हिंदुत्व की सरकार चीन का मुकाबला नहीं कर रही। 2022 के हिंदू इंडिया ने 900 स्क्वायर किलोमीटर साढ़े लद्दाख के चीन के कब्जे के कराते। साडा लद्दाख मैं क्यों कह
ਜੋ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿੱਖ ਫੌਜਾਂ ਨੇ 1834 ਦੇ ਵਿੱਚ ਨਿਜ਼ਾਮ ਫਤਿਹ ਕੀਤਾ ਸੀ। ਸਾਨੂੰ ਸਿੱਖਾਂ ਨੂੰ ਪੂਰੀ ਦਿਲਚਸਪੀ ਹੈ ਕਿ ਜਿਹੜੇ ਸਾਡੇ ਇਲਾਕੇ ਫਤਿਹ ਕੀਤੇ ਗਏ ਹੋਣ ਉਹਨਾਂ ਦੇ ਵਿੱਚ ਸਾਡੀ ਗੌਰ ਤੇ ਨਿਗਾਹ ਰਹਿਣੀ ਚਾਹੀਦੀ ਹੈ। ਅਸੀਂ ਦੋਨੋਂ ਮੁਲਕਾਂ ਨੂੰ ਕਿਹਾ ਕਿ ਰੁਤਬਾ ਨੂੰ ਤੇ ਚੀਜ਼ ਨੂੰ ਕਿ ਜਦੋਂ ਵੀ ਤੁਹਾਡੀ ਗੱਲਬਾਤ ਹੋਵੇ ਤਾਂ ਸਿੱਖਾਂ ਦੀ ਵਫਦ ਉਹਦੇ ਵਿੱਚ ਗੱਲਬਾਤ ਦੇ ਵਿੱਚ ਤੁਸੀਂ ਜ਼ਰੂਰ ਹਾਜ਼ਰ ਕਰਾਓ। ਕਿਉਂ ਕਰਕੇ ਅਸੀਂ ਦੇਖਿਆ ਕਿ ਜਦੋਂ ਸਿੱਧੂ ਸਾਹਿਬ ਤੇ ਜਸਕਰਨ ਸਿੰਘ ਤੇ ਸਾਰਿਆਂ ਨੇ ਲਾਲ ਕਿਲ੍ਹੇ ਦੇ ਉੱਤੇ ਕੇਸਰੀ ਗੁਰਸ਼ਾਮ ਸਾਹਿਬ ਚੜ੍ਹਾਤੇ ਸੀ ਤੇ ਸਾਰੀ ਇੰਡੀਆ ਦੇ ਵਿੱਚ ਇੰਨਾ ਰੌਲਾ ਪਿਆ ਕਿ ਨਿਸ਼ਾਨ ਸਾਹਿਬ ਲਾਲ ਕਿਲ੍ਹੇ ਦੇ ਉੱਤੇ ਕਿਵੇਂ ਚੜ੍ਹ ਗਿਆ। ਇਹ ਤਾਂ ਸਿਰਫ ਇਤਿਹਾਸ ਦੇ ਵਿੱਚ ਬਾਬਾ ਬਘੇਲ ਸਿੰਘ ਨੇ 1783 ਦੇ ਵਿੱਚ ਇਹ ਨਿਸ਼ਾਨ ਸਾਹਿਬ ਲਾਲ ਕਿਲ੍ਹੇ ਦੇ ਉੱਤੇ ਚੜ੍ਹਾਇਆ ਸੀਗਾ। ਫਿਰ ਮੈਂ ਕਿਹਾ ਕਿ ਜੇ ਤੁਹਾਨੂੰ ਸਾਡੇ ਨਿਸ਼ਾਨ ਸਾਹਿਬ ਨੂੰ ਤਕਲੀਫ ਹੈ, ਜਦੋਂ ਲਦਾਖ ਦੇ ਵਿੱਚ ਪਿਛਲੇ ਤੋਂ ਪਿਛਲੇ ਸਾਲ ਤੁਹਾਡੀ ਫੌਜ ਪਿੱਛੇ ਹਟੀ ਜਾਂਦੀ ਸੀ, ਫਿਰ ਤੁਸੀਂ ਸਿੱਖਾਂ ਦੀ ਫੌਜ ਭੇਜੀ। ਜਦੋਂ ਸਿੱਖ ਰੈਜੀਮੈਂਟ ਜਾਂਦੀ ਹੈ ਸਲਾਮ ਸਾਹਿਬ, ਉਸ ਤੋਂ ਅੱਗੇ ਨਿਸ਼ਾਨ ਸਾਹਿਬ ਹੁੰਦੇ, ਉਸ ਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਹੁੰਦੀ ਹੈ, ਉਸ ਦੇ ਮਗਰ ਸਿੱਖ ਰੈਜੀਮੈਂਟ ਦੀ ਪਲਟਨ ਚੱਲਦੀ ਹੈ। ਅਤੇ ਜਦੋਂ ਸਿੱਖ ਰੈਜੀਮੈਂਟ ਦੇ ਲਦਾਖ ਦੇ ਵਿੱਚ ਜਿੱਥੇ ਚੀਨ ਬਹੁਤ ਵਧਿਆ ਹੋਇਆ ਸੀ, ਨਿਸ਼ਾਨ ਸਾਹਿਬ ਛੱਡਦੇ ਅਤੇ ਚੀਨ ਨੇ ਉਹ ਦਿਨਾਂ ਨੇ ਆਹ ਚਲਿਆ ਜਾਏ, ਅੱਗੇ ਨਹੀਂ ਵਧਿਆ ਹੈ। ਅਤੇ ਫਿਰ ਸਾਡੇ ਨਾਲ ਇਹੋ ਜਿਹਾ ਬੇਹਿਸਾਬੀ ਜ਼ੁਲਮ ਕਰਨਾ, ਸਾਡੀ ਜਿਵੇਂ ਕਰਤਾਰ ਸਿੰਘ ਜੀ ਨੇ ਕੁਮਾਰ ਸਾਹਿਬ ਨੇ ਦੱਸਿਆ ਕਿ ਸਾਡੀ ਜਿਹੜੀ ਪਾਰਲੀਮੈਂਟ ਹੈ SGPC ਦੀ, ਇਹਦੇ ਇਲੈਕਸ਼ਨ 11 ਸਾਲ ਤੋਂ ਰੁਕਦੇ ਹੋਏ ਹੈ ਔਰ ਇਹ ਸਭ ਤੋਂ ਪੁਰਾਣੀ ਪਾਰਲੀਮੈਂਟ ਹੈ ਏਸ਼ੀਆ ਦੇ ਵਿੱਚ। 1925 ਦੇ ਵਿੱਚ ਕਾਨੂੰਨ ਦੇ ਰਾਹੀਂ ਇਹ ਸਥਾਪਿਤ ਹੋਈ ਸੀ ਅਤੇ ਇਹਦੇ ਇਲੈਕਸ਼ਨ ਹਰੇਕ 5 ਸਾਲ ਤੋਂ ਬਾਅਦ ਹੁੰਦੇ ਹੈ, ਪਰ ਅੱਜ 11 ਸਾਲ ਹੋ ਗਏ ਹੈ ਇਹਦੇ ਇਲੈਕਸ਼ਨ ਹੀ ਹੋ ਰਹੀ। ਔਰ ਜਿਹੜੀ ਭਾਰਤ ਦੀ ਪੁਰਾਣੀ ਕਮੇਟੀ ਹੈ, ਉਸ ਨੇ ਜੋ ਇਹਦੇ ਵਿੱਚ ਰੌਲੇ ਪਾਏ ਹੈ, ਜਿਹੜੇ ਮੈਂਬਰ ਬਾਦਲ ਸਾਹਿਬ ਦੇ ਹੈ, ਉਹਨਾਂ ਨੂੰ ਠੇਕੇ 'ਤੇ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ 3-3 ਹਜ਼ਾਰ ਰੁਪਈਆ ਕਿੱਲੇ 'ਚ ਦਿੱਤੀ ਹੈ, ਜਦ ਕਿ ਉਹਨਾਂ ਦੀ ਕੀਮਤ 60,000 ਰੁਪਈਆ ਇੱਕ ਕਿੱਲੇ ਦੀ ਹੈਗੀ ਹੈ। ਇਸੇ ਤਰ੍ਹਾਂ ਜਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਹੈ, 328 ਸਰੂਪ SGPC ਨੇ ਪਤਾ ਨਹੀਂ ਗਵਰਨ ਕਰਤਾ ਵੇਚਦੀ ਹੈ, ਸਾਨੂੰ ਉਸ ਦੇ ਬਾਰੇ ਕੋਈ ਪਤਾ ਨਹੀਂ ਲੱਗਿਆ। ਅਤੇ ਜਿਹੜਾ ਬਰਗਾੜੀ ਦੇ ਵਿੱਚ 2015 ਦੇ ਵਿੱਚ ਜਦੋਂ ਬਾਦਲ ਚੀਫ ਮਿਨਿਸਟਰ ਸੀ ਅਤੇ ਸੁਖਬੀਰ ਸਿੰਘ ਗ੍ਰਹਿ ਸੀ ਅਤੇ DGP ਸਮੇਤ ਸੈਣੀ ਸੀ, ਇਹਨਾਂ ਨੇ ਬਰਗਾੜੀ ਦੇ ਵਿੱਚ 60 ਸਾਲ ਤੋਂ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ, ਇੰਨੀਆਂ ਬੇਅਦਬੀਆਂ ਕਰਾਈਆਂ ਕਿ ਪਿੰਡਾਂ ਦੇ ਵਿੱਚ ਮਹਾਰਾਜ ਨੂੰ ਖਿਲਾਫ ਆਪਾਂ ਅਜੇ ਤੱਕ ਸਾਡੀ SGPC ਇਹਦੇ ਬਾਰੇ ਨਹੀਂ ਬੋਲਦੀ, ਜੋ ਕਰਕੇ ਉੱਥੇ ਹੁਣ ਜਿਹੜੇ ਮਹੰਤ ਬਣ ਗਏ ਹੈ ਉਹ ਬਾਦਲ ਜਿਹੜੇ ਹੈ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਹਾਂ ਕਿ ਸਾਡੇ ਸਿੱਖ ਧਰਮ ਨੂੰ ਥੱਲੇ ਕਿਉਂ ਡਿੱਗਿਆ ਜਾ ਰਿਹਾ। ਕਦੇ ਸਾਡੀ ਪਾਰਟੀ ਕਹਿੰਦੀ ਹੈ ਕਿ ਆਪਾਂ ਇਲੈਕਸ਼ਨਾਂ ਦੇ ਵਿੱਚ ਖੜੇ ਹੋਈਏ, ਹਾਰੀਏ ਜਿੱਤੀਏ, ਸੈਂਟਰ ਤੇ ਦੁਨੀਆ ਨੂੰ ਪਤਾ ਲੱਗੇ
कि अकाली दल अंमृतसर जो आज़ादी के खालिस्तान मंगता है उस कितनियां वोटां पैंदियां। इस करके करतार सिंह जी मैं तारीफ की है। असीं तुहाडे गुरदासपुर दे विच भी सारे कैंਡੀਡੇਟ खड़े कीते सी, पर सानूं बड़ा अफसोस है कि जिहड़े कैंਡੀਡੇਟ डेरा बाबा नानक तो खड़े कीते सी ते श्री हरगोबिंद साहब तो खड़े कीते सी, वो लड़े ही नहीं। पता नहीं कोई जित सी जां बीजेपी भी कुछ नहीं लड़े है, तुहानूं टिकट दित्ती सीगी। सानूं बड़ा अफसोस है कि पंथ नूं तुसीं मैं नहीं होर कह सकदा। जिहड़ा मंग के टिकट लवे ते आखिरी मौके के उत्ते पार्टी की टिकट के उत्ते खड़ा ना होवे तो मैं समझदा कि इस तो ज़्यादा पार्टी के नाल नुकसान कोई कर नहीं सकता है। बड़ी मुश्किल नाल टिकटां दित्तियां जांदियां और अज हुशियारपुर मुंडेरिया वाले जथेदार इत्थे हाजिर होए हैं, अजनाले तो आए हैं, अंमृतसर तो आए हैं। मैं तुहाडा सारिਆਂ ਦਾ बहुत बहुत ऋणी है कि तुसीं इत्थे आए हो। हुण साडी पार्टी दा कि तुहाडे सारे रिश्तेदार बाहर वसण नूं करे गए हैं, उन्हां नूं टैलीफोनां राहीं तुसीं आखो कि इंडिया की मोदी की सरकार साडी पार्लियामेंट के इलैक्शन भी करा रही है। ਤੇ ਤੁਸੀਂ ਅਮਰੀਕਾ ਤੇ ਕੈਨੇਡਾ ਤੇ ਵਿਲਾਇਤ ਦੀਆਂ ਸਰਕਾਰਾਂ ਦੇ ਵਿੱਚ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਓ ਕਿ ਸਾਡਾ ਸਿੱਖਾਂ ਦਾ ਜਮਹੂਰੀਅਤ ਦਾ ਹੱਕ ਇਹ ਹਿੰਦੂਤਵਾ ਨੇ ਖਤਮ ਕਰ ਦਿੱਤਾ। ਇਹ ਹਿੰਦੂਤਵਾ ਜਿਹੜੀ ਪਾਰਟੀ ਹੈ ਇਹ ਬਹੁਤ ਖਤਰਨਾਕ ਹੈ। ਇਹਨਾਂ ਦੇ ਢਿੱਡ ਦੇ ਵਿੱਚ ਮਤਸਬਪੁਰ ਚੜਿਆ ਪਿਆ। इन्होंने लोगों ने दरबार साहब के उत्ते 1984 के हमले कराए थे ते हुण पिछलियां इलैक्शनां जिहड़ियां होईयां पार्लियामेंट दीआं इत्थे कांग्रेस की टिकट के उत्ते जाखड़ साहब खड़े थे। पता नहीं तुहाडे मापियां ने कांग्रेस को वोट पाई ना पाई, पर जाखड़ साहब ने कांग्रेस की टिकट के उत्ते खड़े सी। वो अज कांग्रेस को छड्ड के बीजेपी के विच शामिल हो गए हैं, RSS के विच शामिल हो गए हैं। पिछे मैं सुनदा तुहानूं हथ खड़ा कर दो जो मैं सुन रहा। ते ये जिहड़े हिंदुत्वा दे लोग कट्टड़वादी हैगे है, इन्हां दे विच ढिड दे विच सिख मुसलमान ईसाई ते रेटियां दे खिलाफ बहुत भारी दर्द है। अज जे असी दसीए कि तुहाडे जाखड़ साहब कित्थे ने, उन्हां दा डेरा कित्थे है, वो हैगा BJP RSS दे विच। उन्हों का पता जोड़ा है, एड्रैस जोड़ा है, वो भी BJP RSS नागपुर को चिट्ठी पा दो कि तुहाडे जाखड़ साहब को चिट्ठी मिल जूगी। पर बड़े अफसोस की गल है कि साडी कौम अपनी कौम पर जो इलैक्शन होते हैं वोट नहीं होगी। और 11 तरीक को इस महीने को SGPC ने सत्ता भेजा सी कि असी बंदियां छुड़ाउण के लिए मीटिंग की है। मैं बंदियां का हित के उत्थे गया जो करके बरगाड़ी के अज भी मोर्चा पार्टी का कर रहे हैं कि साढ़े 30 साल जाना बहुत जरूरी सी, क्यों करके ਜਿਹੜੇ ਬੰਦੀਆਂ ਦੇ ਮਾਪੇ ਹੈ
जो आप हैगी है ये मैं उत्थे ना जाता उन्होंने बड़ा महसूस करना सी कि सिमरनजीत सिंह मान उत्थे क्यों नहीं गया। उत्थे जाके मैं दो गल्लां कीतियां। गल की बंदियां की छड़ाई आपां एक गम करवाइए जिवें सुप्रीम कोर्ट ने रील करने तो जिस बंदी ने मारिया सी उसको रिहा करता है उन्होंने छड्डता कैद दे विच। दूजी गल की सी कि असीं गुलाम लोग हैं। 1946 के विच एक पिंड है जलंधर जिले के विच उसका नाम है कुप्पड़। उत्थों के SCPC के मैंबर उस वेले SCPC के मैंबर होया करते थे। जो SCPC का इजलास 1946 के विच होया केशव सिंह समुद्री हॉल के विच सरदार भगवंत सिंह कुप्पड़ ने एक मता पेश किया कि सिखां नूं खालिस्तान चाहिए। बोले सत हर इसको पहला साडे सिख लीडरां ने मता ही पास किया। आपां कहते हैं कि आज़ादी के लिए कुर्बानियां असीं कीतियां सब तो ज़्यादा। पर मेरा कहने का भाव है कि कुर्बानी करने का की मतलब है कि जो कुर्बानी सिख ने की कि अंग्रेज राज ने हिंदू को दिल्ली के मुसलमान को इस्लामाबाद पाकिस्तान के अज असीं जिहड़े सिख इंडिया के रहते हैं असीं हिंदू के गुलाम हैं। जिहड़े असीं पाकिस्तान के वसते हैं उत्थे मुसलमान के गुलाम हैं। साडे उत्ते निगाह रखी जाती है तुहाडे जिले के बॉर्डर के उत्ते BSF का पहरा है ते तुसीं रोज़ सुनते हो कि सिक्कां दे हेरोइन बहुत आ रहा है ते असला भी बहुत आ रहा है। ये BSF का फर्क है कि पाकिस्तान को जी समग्री आती है ये बंद क्यों नहीं की जाती। सेंटर की सरकार को मैं पूछना है जो ये अपना फर्ज बॉर्डर के उत्ते नहीं पूरा करते फिर मोदी सरकार ने BSF की हदूद बॉर्डर को 50 किलोमीटर और पट्टी बना दी है। अज बेशक इतने बैठिया ने साडे ते छापा मार लें कुछ कर लें। तुसीं दसो BSF जिस मकसद के लिए तैनात की है ये नशे के असला बंद नहीं कर सकती कि 50 किलोमीटर अंदर ਇਹਦੀ ਪਹਿਲੇ ਦੀ ਹਦੂਦ ਕਿਉਂ ਵਧਾਈ ਗਈ। ਇਹ ਸਾਡੀ ਤਲਾਸ਼ੀ ਵੀ ਲੈ ਸਕਦੀ ਹੈ, ਸਾਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ, ਰੋਕ ਰੀਸ ਕਰਦੀ ਹੈ, ਸਾਰਾ ਕੁਝ ਕਰ ਸਕਦੀ ਹੈ। ਸੋ ਇਹ ਸਾਰੀ ਚੀਜ਼ ਨਸ਼ਾ ਰੋਕਣ ਲਈ ਜਾਂ ਅਸਲਾ ਜ਼ਰੂਰ ਰੋਕਣ ਦੇ ਲਈ ਨਹੀਂ ਕੀਤਾ ਗਿਆ। ਇਹ ਕੀਤਾ ਗਿਆ कि सिखा होर दबाव से रखते जाइए ये अपनी गलती ना कर सकन। और SCPC की मीटिंग जो मैं 11 तरीक को गया कई सिखा ने बहुत ज़्यादा इतराज किया कि मैं सुखबीर सिंह संधू माजरे यहो ਜਿਹੇ ਬੰਦਿਆਂ ਦੇ ਵਿੱਚ जो जाके बैठ गया। साथ संगत जी मैं उत्थे गया सीगा पंडित को छुड़ाउण दे लई। ਜਿਹੜਾ ਮਤਾ 1946 ਦਾ SCPC ਦੇ ਵਿੱਚ ਭਗਵੰਤ ਸਿੰਘ ਕੁੱਕੜ ਨੇ ਸਰਬਸੰਮਤੀ ਦੇ ਨਾਲ ਸਾਰੇ ਮੈਂਬਰਾਂ ਨੇ ਪਾਸ ਕੀਤਾ ਸੀ ਉਸ ਨੂੰ ਫੇਰ ਕਰਾ ਕੇ ਅੱਜ SCPC ਦੇ ਵਿੱਚ ਮਤਾ
ਚਾਹੁੰਦੇ ਕਿ ਮੈਂ ਉੱਥੇ ਅੱਗੇ ਤੋਂ ਨਾ ਜਾਵਾਂ ਤਾਂ ਮੈਂ ਨਹੀਂ ਜਾਊਂਗਾ। ਮੈਨੂੰ ਇੱਕ ਸਿੱਖ ਟੈਲੀਫੋਨ ਕਰਕੇ ਜਾਂਦਾ, ਕਹਿੰਦੇ ਕਿ ਮਾਨ ਸਾਹਿਬ ਤੁਹਾਡਾ ਤਾਂ ਬੇੜਾ ਹੁਣ ਆ ਗਿਆ ਹੈ, ਤੁਸੀਂ ਤਾਂ ਜੇਤੂ ਹੋ, ਤੁਹਾਨੂੰ ਬਾਹਰਲਾ ਵਿੱਚ ਨਹੀਂ ਸੀ ਜਾਣਾ ਚਾਹੀਦਾ। ਮੈਂ ਕਿਹਾ ਮੈਂ SCBC ਦੇ ਬੁਲਾਵੇ ਦੇ ਉੱਤੇ ਬੰਦੀਆਂ ਨੂੰ ਛਡਾਉਣ ਦੇ ਹਵਾਲੇ ਦੇ ਵਿੱਚ ਮੈਂ ਉੱਥੇ ਗਿਆ। ਇਹ ਮੈਨੂੰ ਕੌਮ ਕਹੇ ਕਿ ਤੂੰ ਉੱਥੇ ਨਹੀਂ ਜਾਣਾ, ਖਾਲਿਸਤਾਨ ਦਾ ਮਤਾ ਅਦਾ ਨਹੀਂ ਕਰਨਾ, ਫਿਰ ਮੈਂ ਨਹੀਂ ਜਾਊਂਗਾ। ਉਹਨਾਂ ਨੇ ਕਿਹਾ ਤੁਹਾਡਾ ਬੇੜਾ ਹੁਣ ਆ ਗਿਆ, ਤੁਸੀਂ ਹੁਣ ਇਹੋ ਜਿਹੇ ਕੰਮ ਨਾ ਕਰੋ। ਮੈਂ ਕਿਹਾ ਮੇਰਾ ਬੇੜਾ ਕਦੋਂ ਦਾ ਆਇਆ ਹੋਇਆ ਹੈ, ਜੇ ਮੈਂ ਬੇੜਾ ਦੇਖਦਾ ਤਾਂ ਮੈਂ ਆਪਣੀ ਨੌਕਰੀ ਤੋਂ ਅਸਤੀਫਾ ਹੀ ਕਰ ਦਿੱਤਾ। ਤੇ ਮੈਨੂੰ ਤਾਂ ਸੈਂਟਰ ਬਹੁਤ ਕੁਛ ਕਰਦਾ ਸੀਗਾ। ਮਰੂਤੀ ਗੱਡੀ ਦੀ ਏਜੰਸੀ ਜਿੱਧਰ ਮੈਂ ਆਪਣੇ ਘਰ ਪਹੁੰਚਿਆ, ਜ਼ਿਲ੍ਹਾ ਸਭਾ ਨਾਮ ਸਿੰਘ ਸੈਂਟਰ ਦੀ ਸਰਕਾਰ ਦਾ ਇੰਡਸਟਰੀ ਮਿਨਿਸਟਰ ਅਜੀਤ ਸਿੰਘ ਸੀ। ਉਹਦਾ ਲਿਫਾਫਾ ਪਿਆ ਸੀਗਾ ਕਿ ਤੁਹਾਨੂੰ ਏਜੰਸੀ ਦਿੰਦੇ ਹੈ ਮੁਕਤਸਰ ਦੀ ਤਾਰਾ ਦੀ ਮਰੂਤੀ ਦੀ। ਮੈਂ ਦੇਖ ਕੇ ਹੈਰਾਨ ਹੋਇਆ ਕਿ ਮੈਂ ਤਾਂ ਬੰਦੇ ਹੀ ਨਹੀਂ, ਇਹ ਤਾਂ ਮੈਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਕਿਹਾ ਅਸੀਂ ਨਹੀਂ ਲੈਣੀ ਤੁਹਾਡੀ ਮਰੂਤੀ ਗਲਤੀ, ਅਸੀਂ ਪੰਥ ਦੀ ਸੇਵਾ ਦੇ ਵਿੱਚ ਇਸਤੀਫਾ ਦਿੱਤਾ ਹੈ, ਸੇਵਾ ਪੰਥ ਦੇ ਲਈ ਕਰ ਰਹੇ ਹਾਂ। ਅਤੇ ਹੁਣ ਮੈਨੂੰ ਵੀ ਪਤਾ ਕਿ ਕਿਹੜਾ ਸਵੇਰ ਮੇਰੇ ਲਈ ਚੜ੍ਹ ਰਿਹਾ, ਜਦੋਂ ਮੇਰੀ ਵਾਰੀ ਆਉਂਦੀ ਮੈਂ ਇਹ ਵਾਰੀ ਲੈਣੀ ਨਹੀਂ ਚਾਹੁੰਦਾ। ਮੇਰਾ ਮਕਸਦ ਹੈ ਸੇਵਾ ਕਰਨੀ ਖਾਲਸਾ ਪੰਥ ਦੀ, ਉਹ ਮੈਂ ਕਰੀ ਜਾ ਰਿਹਾ। ਅਤੇ ਪੰਥ ਮੈਨੂੰ ਇਹ ਹੁਕਮ ਦੇਵੇ ਕਿ ਤੂੰ ਆਪਣੀ ਸੇਵਾ ਕਰੀ ਜਾ, ਤੇਰੇ ਉੱਤੇ ਅਸੀਂ ਸ਼ੱਕ ਸ਼ੁਬਾ ਨਹੀਂ ਕਰਾਂਗੇ, ਅਸੀਂ ਤੇਰੀ ਇਮਦਾਦ ਕਰਾਂਗੇ। ਕਿ ਜੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ 1984 ਦੇ ਵਿੱਚ ਐਲਾਨ ਕੀਤਾ ਸੀ, ਜਦੋਂ ਹਿੰਦ, ਬਰਤਾਨੀਆ ਅਤੇ ਰੂਸ ਦੀ ਫੌਜ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਰਹੀ ਸੀ, ਸੰਤਾਂ ਨੇ ਕਿਹਾ ਕਿ ਜਦੋਂ ਇਹ ਫੌਜ ਵਿਦਵਾ ਦੀ ਦਰਬਾਰ ਸਾਹਿਬ ਦੇ ਉੱਤੇ ਆ ਗਈ ਤਾਂ ਖਾਲਿਸਤਾਨ ਦਾ ਨਹੀਂ ਪੱਥਰ ਰੱਖਿਆ ਜਾਊਗਾ। ਸਾਡਾ ਟਾਈਮ ਕਦੋਂ ਆਊਗਾ ਨਹੀਂ ਆਊਗਾ, ਇਹ ਤਾਂ ਮੇਰੇ ਮਨ ਦੇ ਵਿੱਚ ਆਏ ਕਿ ਮੇਰਾ ਟਾਈਮ ਆਉਣ ਵਾਲਾ। ਟਾਈਮ ਮੈਨੂੰ ਪਤਾ ਅੱਗੇ ਜਾਣ ਵਾਲਾ ਹੈ, ਪਰ ਕੁਰਸੀ 'ਤੇ ਬੈਠਣ ਦਾ ਤਾਂ ਨਹੀਂ ਹੈਗਾ, ਹੈ ਨਾ। ਸੋ ਸਾਧ ਸੰਗਤ ਦੀ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਕਾਲੀ ਦਲ ਅੰਮ੍ਰਿਤਸਰ 'ਤੇ। ਅਤੇ ਜੇ ਵਾਰਸ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਹੈ 20 ਸਾਲਾਂ ਦੇ, ਅਤੇ ਉਹ ਬੰਦੇ ਮੈਨੂੰ ਕਹਿਣਗੇ ਕਿ ਤੂੰ ਸਾਡੀ ਨੁਮਾਇੰਦਗੀ SCBC ਦੀ ਗਈ ਹੈ, ਜਿਸ ਕਰਕੇ ਨੂੰ ਨਹੀਂ ਜਾਣਾ, ਅਤੇ ਮੈਂ ਨਹੀਂ ਜਾਊਂਗਾ। ਮੈਨੂੰ ਉੱਥੇ ਕੀ ਮਿਲਦਾ ਹੈ? ਮੈਨੂੰ ਤਾਂ ਸਿਰਫ ਨੁਮਾਇੰਦਗੀ ਕਰਨੀ, ਤੁਹਾਨੂੰ ਛਡਾਉਣਾ, ਧਰਮੀ ਫੌਜੀਆਂ ਦੇ ਹੱਕ ਦੇ ਬਾਰੇ ਗੱਲ ਕਰਨਾ, ਆਜ਼ਾਦੀ ਦੀ ਗੱਲ ਕਰਨਾ। ਸਾਰੇ ਬੰਦੇ ਜਿਹੜੇ ਬੈਠ ਗਏ ਸੀ ਸੁਖਬੀਰ, ਕੁੱਟਮਾਜਰਾ, ਉਹਨਾਂ ਨੂੰ ਘੁਮਾ ਦੇਣਾ ਕਿ ਖਾਲਿਸਤਾਨ ਦਾ ਮਤਾ ਅੱਜ ਫੇਰ ਸੁਖਬੀਰ ਹੋ ਗਿਆ। ਇਹ ਕੋਈ ਛੋਟੀ ਗੱਲ ਨਹੀਂ ਹੈ। ਮਾਰਿਆਂ ਨੂੰ ਜਿੱਦਾਂ ਕਰਾ ਦੇਣਾ, ਉਹਨਾਂ ਦੀ ਜ਼ਮੀਨ ਗਿਰਾ ਦੇਣੀ। ਮੈਂ ਤਾਂ ਸਮਝਦਾ ਸਾਡੀ ਪਾਰਟੀ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਦੋਂ ਮੈਂ ਆਇਆ ਤੁਹਾਡੇ ਮੂੰਹ 'ਚੋਂ ਖਾਲਿਸਤਾਨ ਦਾ ਨਾਮ ਬਗੈਰ ਕੋਈ ਗਾਣਾ ਨਹੀਂ ਬਚਿਆ। ਉਹ ਕੌਮ ਦੀ ਖੱਟ ਹੋ ਗਈ ਹੈ। ਅਸੀਂ ਅਮਨ ਪਸੰਦ ਰਹਿ ਕੇ ਆਪਣੀ ਮਨ ਨੂੰ ਤੈਅ ਕਰਨੀ ਹੈ। ਕੋਈ ਹੁਕਮਬਾਜ਼ੀ, ਕੋਈ ਕਾਨੂੰਨ ਦੇ ਖਿਲਾਫ ਕਿਸੇ ਇੱਕ ਗੈਰ ਦੇ ਉੱਤੇ ਅਸੀਂ
ਕੋਈ ਕੰਮ ਨਹੀਂ ਕਰਨੇ ਜਿਹਦੇ ਨਾਲ ਸਾਨੂੰ ਕਾਨੂੰਨ ਖੜੇ ਕਿਉਂਕਿ ਜਿਹੜੇ ਲੋਕ ਇਹ ਵਾਅਦਾ ਕਰਦੇ ਉਹਨਾਂ ਨੂੰ ਮੈਂ ਕਿਹਾ ਕਿ ਭਾਈ ਜੇ ਤੁਸੀਂ ਸਿੱਖਾਂ ਤੋਂ ਇਹੋ ਜਿਹੇ ਕੰਮ ਕਰਵਾਉਣੇ ਹੈ ਇਹ ਸੁਪਰੀਮ ਕੋਰਟ ਹਾਈ ਕੋਰਟ ਵਿਦੇ ਜਿਹਨਾਂ ਰਾਤਾਂ ਨੂੰ ਤੁਹਾਨੂੰ ਰੁਟੀਨ ਦਾ ਪੈਦਾ ਕਰਨ ਦਿਓ ਪਰ ਨਹੀਂ ਉਹ ਸਿਰਫ ਨਜ਼ਰ ਆਉਂਦੀ ਹੈ ਕਿ ਫਲਾਣੀ ਚੀਜ਼ ਕੀਤੀ ਜਾਵੇ ਫਿਰ ਉਹਨਾਂ ਦੀ ਅਗਵਾਈ ਕਰਨ ਦੇ ਲਈ ਉਹਨਾਂ ਦੀ ਇਮਦਾਦ ਕਰਨ ਦੇ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਮੁਸਲਮਾਨਾਂ ਨੇ ਰਹਿ ਗਏ ਸੋ ਮੇਰੀ ਅਰਦਾਸ ਹੈ ਬੇਨਤੀ ਹੈ ਕਿ ਜਿੰਨਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੋਈ ਹੁਕਮ ਨਾ ਆਏ ਆਪਣੇ ਆਪ ਤੁਸੀਂ ਕਿਸੇ ਦੀ ਗੱਲ ਸੁਣ ਕੇ ਇਹੋ ਜਿਹੀ ਗੱਲ ਨਹੀਂ ਕਰਨੀ ਜਿਹਦੇ ਨਾਲ ਸਾਡੀ ਪ੍ਰੋਪਰਾਈ ਹੋਏ ਕਿਉਂ ਕਰਦੇ ਜੇ ਆਪਾਂ ਨੇ ਮੋਰਚਾ ਲਾਉਣਾ ਹੈ ਸਾਡੇ ਪਿੱਛੇ SGPC ਹੁੰਦੀ ਹੈ ਜਿਹੜੇ ਮੋਰਚੇ 'ਤੇ ਜਾਂਦੇ ਆ ਉਹਨਾਂ ਦੇ ਕੱਪੜੇ ਪਹੁੰਚਣ ਉਹਨਾਂ ਦੀ ਖੁਰਾਕ ਪਹੁੰਚੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਤਕਲੀਫ ਹੈ ਉਹ ਦੂਰ ਕੀਤੀ ਜਾਵੇ ਇਸ ਕਰਕੇ ਸਾਥ ਸੰਗਤ ਸਾਡੀ ਪਾਰਟੀ ਕਦੇ ਵੀ ਪ੍ਰਗਟ ਹੋਗੀ ਕਿ ਤੁਸੀਂ ਫਲਾਣੀ ਚੀਜ਼ ਕਰ ਦਿਓ ਫਲਾਣੀ ਚੀਜ਼ ਕਰ ਦਿਓ ਕਿਉਂਕਿ ਪਿੱਛੇ ਸਾਡੇ ਅੱਜ SGPC ਨਹੀਂ ਹੈ ਜਿੱਥੇ SGPC ਆਈ ਮੇਰਾ ਮਤਲਬ ਹੈ ਮੋਰਚੇ ਨਾਲ ਲਵਾਂਗੇ ਤੁਹਾਡੇ ਘਰਾਂ ਨੂੰ ਵੀ ਰਾਸ਼ਨ ਕਰਾਂਗੇ ਜਿਹੜੀਆਂ ਨੇ ਤੁਹਾਡੇ ਵਕੀਲ ਹੋਣਗੇ ਸਾਰਾ ਕੁਝ ਹੋਊਗਾ ਸੋ ਆਸ ਕਰਦੇ ਜਿਵੇਂ ਅਵਤਾਰ ਸਿੰਘ ਸਾਹਿਬ ਨੇ ਇੱਥੇ ਬਹੁਤ ਵਧੀਆ ਕੰਮ ਕੀਤਾ ਹੈ ਪਰ ਇੱਥੇ ਕਰਕੇ ਮੈਨੂੰ ਪ੍ਰਭੂ ਸਾਹਿਬ ਨੂੰ ਦੇਖਦੇ ਜਿਹੜੇ ਖੜੇ ਸੀਗੇ ਕਾਦੀਆਂ ਤੋਂ ਉਹਨਾਂ ਨੂੰ ਵੀ ਪੁੱਛ ਰਹੇ ਹੋ ਕਿ ਤੁਸੀਂ ਕਿੱਥੇ ਕਿਉਂਕਿ ਮਾਨੀ ਜਾਂਦੇ ਨੇ ਪਤਾ ਤੁਹਾਡਾ ਪੈਦਾ ਕਿ ਸਾਰਾ ਕੰਮ ਉੱਤੇ ਬੈਠਾ ਹੈ ਕਿ ਪ੍ਰਭੂ ਸਾਹਿਬ ਨਹੀਂ ਕਿ ਜਦੋਂ ਤੁਹਾਨੂੰ ਟਿਕਟ ਮਿਲੇਗੀ ਕਿ ਆਪਾਂ ਨੇ ਲੜਨਾ ਜ਼ਰੂਰ ਹੈ ਇਹ ਨਹੀਂ ਕਰਨਾ ਜੇ ਨਹੀਂ ਹੁੰਦਾ ਤਾਂ ਟਿਕਟ ਨਾ ਮੰਗੋ ਜੇ ਟਿਕਟ ਮੰਗਦੀ ਤਾਂ ਫਿਰ ਲੜਨਾ ਧਰਨਾ ਮੈਦਾਨ ਦੇ ਵਿੱਚ ਹੋਣਾ ਧਰਨਾ ਇਹਨਾਂ ਗੱਲਾਂ ਦੇ ਨਾਲ ਆਪ ਤੋਂ ਹੁਕਮ ਮੰਗਦੇ ਹਾਂ ਔਰ ਆਸ ਕਰਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ